ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਅੱਜ ਇੱਕ ਅਜਿਹੇ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ। ਮੇਰੇ ਨਾਲ ਗੱਲਬਾਤ ਲਈ ਮਹਿਮਾਨ ਮੌਜੂਦ ਰਹਿਣਗੇ ਉਮਿੰਦਰ ਦੱਤਾ ਜੀ। ਉਹ ਵਿਸ਼ਾ ਹੈ ਕਿ ਅਕਸਰ ਆਪਾਂ ਚਾਹੇ ਡਾਕਟਰ ਅਮਰ ਸਿੰਘ ਆਜ਼ਾਦ ਨਾਲ ਗੱਲ ਕਰੀਏ, ਚਾਹੇ ਵਿਸ਼ਵਰੂਪ ਰਾਏ ਚੌਧਰੀ ਨਾਲ ਗੱਲ ਕਰੀਏ, ਚਾਹੇ ਡਾਕਟਰ ਖਾਦਰ ਬਲੀ ਉਹਨਾਂ ਦੇ ਵੱਲੋਂ ਜਿਹੜੀਆਂ ਵੀਡੀਓਜ਼ ਸਾਡੇ ਸਾਹਮਣੇ ਆਉਂਦੀਆਂ ਨੇ ਉਹਨਾਂ 'ਚ ਸੁਣੀਏ, ਹਰੇਕ ਜਗ੍ਹਾ 'ਤੇ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਬੰਦਾ ਨਹੀਂ ਬਿਮਾਰ, ਬੰਦੇ ਦਾ ਖਾਣ ਪੀਣ ਬਿਮਾਰ ਹੈ, ਪੌਣ ਪਾਣੀ ਬਿਮਾਰ ਹੈ, ਜਿਹੜਾ ਸਾਡੇ ਦਿਮਾਗ ਦੇ ਉੱਤੇ ਸਟ੍ਰੈਸ ਹੈ ਉਹ ਬਿਮਾਰ, ਉਸ ਕਰਕੇ ਜਿਹੜਾ ਅਸੀਂ ਬਿਮਾਰ ਹਾਂ। ਜੋ ਅਸੀਂ ਇਨਟੇਕ ਲੈ ਰਹੇ ਹਾਂ, ਜਿਸ ਤਰ੍ਹਾਂ ਦੇ ਵਿਚਾਰ ਨੇ, ਜੋ ਇਸ ਤਰ੍ਹਾਂ ਦੇ ਖਾਣੇ ਹੈ, ਉਹਦੇ ਕਰਕੇ ਅਸੀਂ ਬਿਮਾਰ ਹੋਏ ਹਾਂ। ਬੰਦਾ ਵੀ ਬਿਮਾਰ ਹੈ। ਅਤੇ ਉਮਿੰਦਰ ਦੱਤਾ ਜੀ ਜਿਹੜੇ ਨੇ ਬੜੇ ਰਿਸਪੈਕਟਡ ਨਾਮ ਨੇ, ਖੇਤੀ ਵਿਰਾਸਤ ਮਿਸ਼ਨ ਦੇ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਅਤੇ ਇਹ ਵੀ ਅਕਸਰ ਜਿਹੜੇ ਆ ਆਪਣੀਆਂ ਸਟੇਜਾਂ ਦੇ ਉੱਤੋਂ ਆਪਣੀ ਵੀਡੀਓਜ਼ ਦੇ ਰਾਹੀਂ ਇਹ ਗੱਲਾਂ ਕਰਦੇ ਰਹਿੰਦੇ ਨੇ। ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਵੀ ਪੱਧਤੀਆਂ ਨੇ ਇਲਾਜ ਕਰਨ ਦੀਆਂ ਪੱਧਤੀਆਂ ਨੇ, ਉਹਨਾਂ ਦਾ ਅਤੇ ਕਿਸਾਨ ਦਾ ਆਪਸ ਦੇ ਵਿੱਚ ਕੀ ਤਾਲਮੇਲ ਹੋਣਾ ਚਾਹੀਦਾ। ਕੀ ਇਹ ਮਿਲ ਕੇ ਚੱਲਣ ਤਾਂ ਜ਼ਿਆਦਾ ਇਸ ਦੇ ਵਧੀਆ ਰਿਜ਼ਲਟ ਨਿਕਲ ਸਕਦੇ ਨੇ, ਜਾਂ ਫਿਰ ਦੋਵੇਂ ਆਪਣੇ ਆਪਣੇ ਢੰਗ ਨਾਲ ਕੰਮ ਕਰਦੇ ਰਹਿਣ ਤਾਂ ਉਹਦੇ ਨਾਲ ਵੀ ਰਿਜ਼ਲਟ ਮਿਲਦੇ ਰਹਿਣਗੇ। ਦੱਤਾ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਕੁਲਵੰਤ ਜੀ। ਦੱਤਾ ਸਾਹਿਬ, ਖੇਤੀ ਵਿਰਾਸਤ ਮਿਸ਼ਨ ਜਿਹੜਾ ਇੱਕ ਉਹਨੇ ਬੀੜਾ ਚੱਕਿਆ ਹੋਇਆ ਕਿ ਔਰਗੈਨਿਕ ਫਾਰਮਿੰਗ ਦੇ ਵੱਲ ਆਪਾਂ ਨੇ ਮੋੜ ਕੇ ਲਿਆਉਣਾ, ਜਿਹੜਾ ਇੱਕ ਵਿਕਾਸ ਦਾ ਮਾਡਲ ਸਾਨੂੰ ਦਿੱਤਾ ਗਿਆ ਕਿ ਅਸੀਂ ਹਰਿਤ ਕ੍ਰਾਂਤੀ ਲਿਆਂਦੀ ਹੈ ਜੀ। ਉਹ ਹਰਿਤ ਕ੍ਰਾਂਤੀ ਜਿਹੜੀ ਆ ਉਹ ਕਿਸ ਤਰੀਕੇ ਦੀ ਆਈ ਹੈ? ਕਣਕ ਚੌਲ ਤਾਂ ਆਪਾਂ ਬੀਜ ਰਹੇ ਹਾਂ, ਪਰ ਜਿਹੜੀਆਂ ਬਾਕੀ ਦੀਆਂ ਦਾਲਾਂ ਅਤੇ ਹੋਰ ਸਾਰੀਆਂ ਸਾਨੂੰ ਬਾਹਰੋਂ ਮੰਗਾਉਣੀਆਂ ਪੈ ਰਹੀਆਂ ਨੇ। ਸਾਡੇ 'ਤੇ ਉਲਟਾ ਬੋਝ ਪੈ ਗਿਆ ਹੈਗਾ ਅਤੇ ਜ਼ਮੀਨ ਵੀ ਖਾਲੀ ਹੋ ਗਈ ਹੈ, ਇਨਸਾਨ ਵੀ ਅੰਦਰੋਂ ਖਾਲੀ ਹੋ ਗਿਆ ਅਤੇ ਉਲਟਾ ਜਿਹੜਾ ਬੋਝ ਵੱਖਰਾ ਪੈ ਰਿਹਾ। ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਹ ਜਿਹੜੀ ਖੇਤੀ ਕਰਨ ਦੀ ਜਿਹੜੀ ਪੱਧਤੀ ਆਈ, ਇਹ ਇੰਨੀ ਗੈਰ ਕੁਦਰਤੀ ਸੀ, ਜਾਂ ਕਹੋ ਕਿ ਕੁਦਰਤ ਵਿਰੋਧੀ ਸੀ। ਜ਼ਹਿਰ ਤਾਂ ਪਾਇਆ ਹੀ ਗਿਆ, ਔਰ ਉਹ ਜ਼ਹਿਰ ਇਕੱਲਾ ਮਿੱਟੀ 'ਚ ਨਹੀਂ ਰਿਹਾ, ਉਹ ਜ਼ਹਿਰ ਤਾਂ ਸਿਮ ਕੇ ਥੱਲੇ ਪਾਣੀ 'ਚ ਵੀ ਚਲਾ ਗਿਆ, ਤੁਹਾਡੀ ਖੁਰਾਕ ਦੀ ਲੜੀ 'ਚ ਆ ਗਿਆ। ਖੁਰਾਕ ਦੀ ਲੜੀ 'ਚ ਆਇਆ ਮਤਲਬ ਤੁਹਾਡੀ ਥਾਲੀ 'ਚ ਆਇਆ, ਤੁਹਾਡੇ ਸਰੀਰ 'ਚ ਗਿਆ, ਬਹੁਤ ਵੱਡਾ ਵਿਨਾਸ਼ ਉਹਨੇ ਕੀਤਾ। ਔਰ ਉਸੇ ਤਰ੍ਹਾਂ ਜਿਹੜਾ ਅਸੀਂ ਕਹਿੰਦੇ ਹੋ ਕਿ ਜਿਹੜੀਆਂ ਜਿਹੜੀਆਂ ਪੱਧਤੀਆਂ ਨੇ ਇਲਾਜ ਦੀਆਂ, ਮੈਨੂੰ ਲੱਗਦਾ ਕਿ ਇਲਾਜ ਦੀਆਂ ਪੱਧਤੀਆਂ ਵੀ ਕੁਦਰਤ ਕੇਂਦਰਿਤ ਹੋਣੀਆਂ ਚਾਹੀਦੀਆਂ ਨੇ। ਭੋਜਨ ਉਗਾਉਣ ਦੀ ਪ੍ਰਕਿਰਿਆ, ਖੇਤੀ ਵੀ ਕੁਦਰਤ ਕੇਂਦਰਿਤ, ਇਲਾਜ ਵੀ ਕੁਦਰਤ ਕੇਂਦਰਿਤ, ਕਿਉਂਕਿ ਇਹ ਸਰੀਰ ਪੰਚ ਭੂਤਾਂ ਦਾ ਬਣਿਆ। ਅਗਰ ਪੰਚ ਭੂਤਾਂ 'ਚ ਕੁਝ ਗੜਬੜ ਹੋਏਗੀ, ਉਹ ਸਰੀਰ 'ਚ ਗੜਬੜ ਹੋਏਗੀ। ਔਰ ਸਰੀਰ ਦਾ ਠੀਕ ਇਲਾਜ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਕੁਦਰਤ ਦੇ ਅੰਗ ਸੰਗ ਰਹੀਏ, ਕੁਦਰਤ ਦੇ ਨੇੜੇ ਰਹੀਏ। ਸੋ ਇਲਾਜ ਦੀ ਪ੍ਰਣਾਲੀ ਜਿੰਨੀ ਕੁਦਰਤੀ ਹੋਏਗੀ ਉਹਨਾਂ ਠੀਕ ਰਹੇਗਾ। ਜਿਹੜੇ ਇਲਾਜ ਦੀ ਪ੍ਰਣਾਲੀ ਗੈਰ ਕੁਦਰਤੀਆਂ ਆਈਆਂ, ਉਹਨਾਂ ਨੇ ਤਾਂ ਬਹੁਤ ਨੁਕਸਾਨ ਕੀਤਾ, ਔਰ ਬਹੁਤ ਵੱਡਾ ਨੁਕਸਾਨ ਕੀਤਾ। ਅੱਜ ਲੋਕ ਹਸਪਤਾਲ ਖੁੱਲ੍ਹਦੇ ਗਏ, ਹਸਪਤਾਲ ਵੱਡੇ ਹੋ ਗਏ, ਹਸਪਤਾਲਾਂ ਦੀਆਂ ਚੈਨਾਂ ਵੱਡੀਆਂ ਹੋ ਗਈਆਂ, ਪਰ ਲੋਕ ਠੀਕ ਨਹੀਂ ਹੋਏ। ਕੱਲਾ ਆਯੁਰਵੇਦ ਅਗਰ ਐਸਾ ਹੈਗਾ, ਜਾਂ ਜਿਹੜਾ ਭਾਰਤੀ ਚਿਕਿਤਸਾ ਪੱਧਤੀ ਜਿਹੜੀ ਹੈਗੀ, ਪਰੰਪਰਾ ਹੈਗੀ ਹੈ, ਲੋਕ ਸਵਾਸਥਯ ਪਰੰਪਰਾ ਜਿਹਨੂੰ ਕਹਿੰਦੇ ਨੇ, ਉਹਦੇ ਵਿੱਚ ਐਸਾ ਹੈਗਾ ਕਿ ਤੁਸੀਂ ਆਦਮੀ ਨੂੰ ਸੇਧ ਦੇਣੀ ਔਰ ਉਹਨੂੰ ਕੁਦਰਤ ਦੇ ਨੇੜੇ ਵੀ ਰੱਖਣਾ, ਔਰ ਉਹਦਾ ਇਲਾਜ ਕਰਨਾ ਪਰਮਾਨੈਂਟ, ਸਥਾਈ, ਕੱਲਾ ਕੋਈ ਟੈਂਪਰੇਰੀ ਰਿਲੀਫ ਨਹੀਂ ਹੈਗੀ। ਸੋ ਕੁਦਰਤੀ ਖੇਤੀ ਔਰ ਕੁਦਰਤੀ ਇਲਾਜ ਪ੍ਰਣਾਲੀ, ਇਹ ਦੋਨੋਂ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਡਾਕਟਰ ਸਾਹਿਬ, ਇੱਕ ਚੀਜ਼ ਦੱਤਾ ਸਾਹਿਬ, ਇੱਕ ਚੀਜ਼ ਆਪਾਂ ਜੇਕਰ ਦੇਖੀਏ ਤਾਂ ਕੋਈ ਵੇਲਾ ਸੀ ਕਿ ਆਪਾਂ ਅਗਰ ਗੱਲ ਕਰਦੇ 5000 ਸਾਲ ਪਹਿਲਾਂ ਤੋਂ ਆਪਣੇ ਜਿਹੜਾ ਆਯੁਰਵੇਦ ਜਿਹੜਾ ਆਪਣਾ ਨਾਲ ਜਿਹੜਾ ਆਪਾਂ ਜੁੜੇ ਹੋਏ ਹਾਂ, ਪਰ ਇਹਦੇ ਬਾਵਜੂਦ ਵੀ ਆਪਣੇ ਦੇਸ਼, ਆਪਣੀ ਜਿਹੜੀ ਮਿੱਟੀ ਹੈਗੀ, ਇੱਥੇ ਦੇ ਲੋਕ ਜਿਹੜੇ ਨੇ ਉਹ ਆਯੁਰਵੇਦ ਤੋਂ ਇੰਨੇ ਦੂਰ ਕਿਉਂ ਹੋ ਗਏ ਨੇ? ਕਿਉਂਕਿ ਜਿਹੜਾ ਅਗਰ ਦੇਖਿਆ ਜਾਵੇ ਤਾਂ ਅੱਜ ਜੇਕਰ ਆਯੁਰਵੇਦ ਦੀ ਜੇ ਕੋਈ ਗੱਲ ਵੀ ਕਰਦਾ ਹੈਗਾ ਤਾਂ ਵੀ ਉਹਦੇ ਮਗਰ ਪੈ ਜਾਂਦੇ ਨੇ ਲੋਕ। ਜੇਕਰ ਅੱਜ ਆਪਾਂ ਚਾਹੇ ਤੁਸੀਂ ਇੱਕ ਪਿੱਛੇ ਜੇ ਇੱਕ ਬਿਆਨ ਵੀ ਆਇਆ, ਆਪਣਾ ਬਾਬਾ ਰਾਮਦੇਵ ਦਾ ਵੀ ਬਿਆਨ ਆਇਆ, ਉਸ ਨੂੰ ਵੀ ਲੈ ਕੇ ਜਿਹੜਾ ਇੱਕ ਬੜਾ ਵੱਡਾ ਬਵਾਲ ਖੜਾ ਹੋ ਗਿਆ। ਚਲੋ ਉਹਦਾ ਕਾਰਨ ਕੁਛ ਵੀ ਰਿਹਾ, ਉਹਨਾਂ ਨੇ ਕਿਸ ਵੇਅ ਦੇ ਨਾਲ ਗੱਲ ਕੀਤੀ, ਗੱਲ ਉਹ ਨਹੀਂ ਹੈ। ਗੱਲ ਹੈਗੀ ਹੈ ਕਿ ਆਯੁਰਵੇਦ ਨੂੰ ਉਹਨਾਂ ਨੇ ਇਹ ਗੱਲ ਕੀਤੀ ਹੈਗੀ। ਪਰ ਮੈਂ ਇਹ ਕਹਿ ਰਿਹਾ ਕਿ ਕੋਈ ਵੇਲਾ ਸੀ ਜਦੋਂ ਹਿੰਦੁਸਤਾਨ ਦੇ ਵਿੱਚ ਸਿਰਫ ਆਯੁਰਵੇਦ ਹੁੰਦਾ ਸੀ, ਤੇ ਕੀ ਕਾਰਨ ਹੋ ਗਿਆ ਕਿ ਲੋਕ ਇਸ ਤੋਂ ਦੂਰ ਹੋ ਗਏ ਤੇ ਆਯੁਰਵੇਦ ਪਿੱਛੇ ਧੱਕਿਆ ਗਿਆ ਤੇ ਆਯੁਰਵੇਦ ਅੱਗੇ ਆ ਗਈ? ਦੇਸ਼ ਗੁਲਾਮ ਹੋਇਆ, ਇਸ ਕਰਕੇ ਹੋਇਆ। ਦੇਖੋ, ਜਦੋਂ ਹੁਣ ਤਾਂ ਨਹੀਂ ਗੁਲਾਮ ਹੈ, ਨਹੀਂ, ਇੱਕ ਮਿੰਟ, ਗੁਲਾਮ ਹੋ ਗਿਆ। ਔਰ ਅਸੀਂ ਆਪਣੇ ਆਯੁਰਵੇਦ ਦੇ ਇੱਕ ਗੱਲ ਹੋ ਸਮਝੋ, ਅੰਗਰੇਜ਼ਾਂ ਦੀ ਗੁਲਾਮੀ ਤੋਂ ਪਹਿਲੇ ਜਿਹੜੀ ਮੁਗਲਾਂ ਦੀ ਗੁਲਾਮੀ ਸੀ, ਜਾਂ ਜਿਹੜੇ ਉਦੋਂ ਉਹ ਆਏ ਬਾਕੀ ਹਮਲਾਵਰ, ਤਾਂ ਸਾਡੀ ਜਦੋਂ ਤਕਸ਼ਸ਼ਿਲਾ ਯੂਨੀਵਰਸਿਟੀ ਜਲਾਈ ਗਈ,
ਜਾਂ ਸਾਡੀ ਜਦੋਂ ਨਾਲੰਦਾ ਯੂਨੀਵਰਸਿਟੀ ਜਲਾਈ, ਬਖਤਿਆਰ ਖਿਲਜੀ ਨੇ ਜਦੋਂ ਨਾਲੰਦਾ ਯੂਨੀਵਰਸਿਟੀ ਜਲਾਈ ਸੀ ਤਾਂ ਉਹਦੇ ਵਿੱਚ ਆਯੁਰਵੇਦ ਦੇ ਲੱਖਾਂ ਗ੍ਰੰਥ ਸੀ। ਮਤਲਬ 6 ਮਹੀਨੇ ਉਹਦੀ ਲਾਇਬ੍ਰੇਰੀ ਨੂੰ ਅੱਗ ਲੱਗੀ ਰਹੀ। ਉਸ ਜ਼ਮਾਨੇ 'ਚ 6 ਮੰਜ਼ਿਲਾ ਬਿਲਡਿੰਗ ਸੀ ਉਹ। ਤੇ ਗੱਲ ਨੂੰ ਸਮਝੋ ਕਿੰਨੇ ਵੱਡੇ ਗ੍ਰੰਥਾਲੇ, ਔਰ ਸਾਡੇ ਇੰਨੀ ਚੀਜ਼ਾਂ ਸਾੜੀਆਂ ਗਈਆਂ, ਜਲਾਈਆਂ ਗਈਆਂ। ਤੇ ਰਾਜਿਆਂ ਵੱਲੋਂ ਵੀ ਯਾਨੀ ਕਿ ਜਿਹੜਾ ਸ਼ਾਸਨ ਸੀ ਉਹ ਮੁਗਲਾਂ ਦੇ ਹੱਥ ਸੀ ਜਾਂ ਐਸੇ ਸ਼ਾਸਕਾਂ ਦੇ ਹੱਥ ਸੀ ਜਿਹੜੇ ਆਯੁਰਵੇਦ ਨੂੰ ਨਾਪਸੰਦ ਕਰਦੇ ਸੀ, ਕਿਉਂਕਿ ਆਯੁਰਵੇਦ ਨੂੰ ਜੋੜਤਾ ਉਹਨਾਂ ਨੇ ਹਿੰਦੂ ਦੇ ਨਾਲ। ਆਯੁਰਵੇਦ ਇੱਕ ਵੇਦ ਦਾ ਹਿੱਸਾ ਹੈਗਾ, ਇੰਝ ਕਰਕੇ ਜੋੜਤਾ ਉਹਨੂੰ। ਇਸ ਕਰਕੇ ਆਯੁਰਵੇਦ ਦੇ ਪ੍ਰਤੀ ਇੱਕ ਖਾਸ ਵਿਰੋਧ ਸੀ ਤੇ ਉਹਦੇ ਕਰਕੇ ਬਹੁਤ ਲੰਬਾ ਟਾਈਮ। ਔਰ ਅੰਗਰੇਜ਼ ਜਦੋਂ ਆਏ, ਅੰਗਰੇਜ਼ਾਂ ਨੇ ਕਿਹਾ ਕਿ ਦੇਖਿਆ ਕਿ ਇੰਨੀ ਗੜਬੜ ਦੇ ਬਾਵਜੂਦ ਵੀ ਦੇਸ਼ ਦੇ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਵੈਦਿਆ ਹੈਗਾ, ਆਯੁਰਵੇਦ ਦਾ ਕੋਈ ਨਾ ਕੋਈ ਸਿਸਟਮ ਹੈਗਾ। ਆਯੁਰਵੇਦ ਦੇ ਪੜ੍ਹਾਉਣ ਦੀ, ਸਿੱਖਣ ਦੀ, ਉਹਦੀ ਖੋਜ ਦੀ ਇੱਕ ਪਰੰਪਰਾ ਚੱਲ ਰਹੀ ਹੈ। ਔਰ ਅੰਗਰੇਜ਼ਾਂ ਨੇ ਆ ਕੇ ਸਭ ਤੋਂ ਪਹਿਲੇ ਉਹਨੂੰ ਨਸ਼ਟ ਕੀਤਾ। ਅੰਗਰੇਜ਼ਾਂ ਨੇ ਸਿੱਖਿਆ ਪੱਤੀ ਸਾਡੀ ਨਸ਼ਟ ਕੀਤੀ, ਔਰ ਦੂਜੇ ਪਾਸੇ ਸਵਾਸਥਯ, ਔਰ ਤੀਜਾ ਨਿਆਏ। ਇਹ ਤਿੰਨੋਂ ਅੰਗਰੇਜ਼ਾਂ ਨੇ ਨਸ਼ਟ ਕੀਤੇ। ਨਿਆਏ ਵੀ ਪੰਚਾਇਤ 'ਚ ਮਿਲਦਾ ਸੀ, ਠੀਕ ਹੈ ਨਾ। ਭਾਰਤੀ ਪਰੰਪਰਾ ਦੇ ਅਨੁਸਾਰ ਸਿੱਖਿਆ, ਸਵਾਸਥਯ, ਨਿਆਏ, ਇਹ ਤਿੰਨੋਂ ਵਪਾਰ ਤੋਂ ਪਰੇ ਦੀ ਚੀਜ਼ਾਂ ਨੇ ਔਰ ਤਿੰਨੋਂ ਸਰਵ ਸੁਲਭ ਹੋਣੀ ਚਾਹੀਦੀਆਂ ਨੇ, ਸਹਿਜ ਸੁਲਭ ਹੋਣੀਆਂ ਚਾਹੀਦੀਆਂ ਨੇ, ਆਸਾਨੀ ਨਾਲ ਹਾਸਲ ਹੋਣਾ। ਹਾਂ, ਅੰਗਰੇਜ਼ਾਂ ਨੇ ਆ ਕੇ ਨਸ਼ਟ ਕੀਤਾ। ਔਰ ਉਹਦੇ 'ਚ ਆਯੁਰਵੇਦ ਦਾ ਜਿਹੜਾ ਪਕਸ਼ ਹੈਗਾ, ਆਯੁਰਵੇਦ ਨੂੰ ਤਾਂ ਉਹਨਾਂ ਨੇ ਬੜੀ ਬੁਰੀ ਤਰ੍ਹਾਂ ਖਤਮ ਕੀਤਾ ਔਰ ਕੱਲ੍ਹ ਐਲੋਪੈਥੀ ਨੂੰ ਹੀ ਮਾਨਤਾ ਮਿਲੀ। ਮਤਲਬ ਜਦੋਂ ਪਲੇਗ ਫੈਲਿਆ ਪੂਨਾ ਦੇ ਵਿੱਚ ਜਾਂ ਹੋਰ ਬਿਮਾਰੀਆਂ ਫੈਲੀਆਂ ਤਾਂ ਉਹਦਾ ਇਲਾਜ ਆਯੁਰਵੇਦ ਦੇ ਢੰਗ ਨਾਲ ਨਹੀਂ, ਐਲੋਪੈਥੀ ਦੇ ਢੰਗ ਨਾਲ ਕੀਤਾ ਜਾਏਗਾ, ਉਹੀ ਮਾਨਤਾ ਦਿੱਤੀ ਗਈ ਹੈ। ਦੁਰਭਾਗਿਆ ਰਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਜਿਹੜੀਆਂ ਲੋਕਾਂ ਨੇ ਸ਼ਾਸਨ ਕੀਤਾ, ਉਹਨਾਂ ਨੂੰ ਆਯੁਰਵੇਦ ਦੇ ਪ੍ਰਤੀ ਕੋਈ ਲਗਾਵ ਨਹੀਂ ਸੀ। ਔਰ ਦੇਸ਼ ਦੇ ਜਿਹੜੇ ਸਿੱਖਿਆ ਮੰਤਰੀ ਬਣੇ ਸ਼ੁਰੂ 'ਚ, ਉਹ ਸਿੱਖਿਆ ਮੰਤਰੀ ਵੀ ਐਸੇ ਲੋਕ ਬਣੇ ਜਿਨ੍ਹਾਂ ਨੂੰ ਆਯੁਰਵੇਦ ਦੇ ਪ੍ਰਤੀ ਕੋਈ ਉਵੇਂ ਦੀ ਕੋਈ ਰਿਸ਼ਤਾ ਨਹੀਂ ਸੀ, ਜਿਨ੍ਹਾਂ ਦਾ ਕੋਈ ਲਗਾਵ ਨਹੀਂ ਸੀ। ਇਹ ਦਿੱਕਤ ਰਹੀ। ਉਹਦੇ ਕਰਕੇ ਲੋਕਾਂ ਨੂੰ ਸਰਕਾਰ ਨੇ ਜਿਹੜੀ ਇਲਾਜ ਕਰਨ ਦੀ ਪ੍ਰਣਾਲੀ 'ਚ, ਹਸਪਤਾਲ ਬਣਾਉਣ 'ਚ ਔਰ ਸਿੱਖਿਆ ਦੇ ਵਿੱਚ, ਇਹ ਸਾਰੇ ਪਾਸੇ ਆਯੁਰਵੇਦ ਨੂੰ ਖਤਮ ਕੀਤਾ ਗਿਆ ਜਾਂ ਪਿੱਛੇ ਕੀਤਾ ਗਿਆ। ਹੁਣ ਤਾਂ ਨਹੀਂ ਹੈਗਾ, ਹੁਣ ਤਾਂ ਦੇਸ਼ ਆਜ਼ਾਦ ਹੈ। ਹੁਣ ਤਾਂ ਜਿਹੜੀ ਹੈ, ਹੁਣ ਤਾਂ ਸਰਕਾਰ ਵੀ ਉਹ ਹੈ ਜਿਹੜੀ ਅਗਰ ਦੇਸ਼ ਭਗਤ ਸਰਕਾਰ ਮੰਨੀ ਜਾਂਦੀ ਹੈ, ਜਿਹੜੀ ਸਵਰਾਜ ਨੂੰ ਜਿਹੜਾ ਉਹ ਪ੍ਰਮੋਟ ਕਰਦੀ ਹੈ। ਪਰ ਫਿਰ ਵੀ ਇਹ ਹਾਲਾਤ ਦੇਖੋ ਜੀ, ਅੰਜਾਇਆ ਇੱਕ ਸਿਸਟਮ ਬਣ ਗਿਆ। ਹੁਣ ਇਹ ਹੁਣ 70-80 ਸਾਲ ਤੋਂ ਸਿਸਟਮ ਚੱਲ ਰਿਹਾ। ਇਹ ਸਰਕਾਰ ਅਗਰ ਚਾਹਵੇ ਤਾਂ ਬਹੁਤ ਵਧੀਆ ਕਰ ਸਕਦੀ ਸੀ। ਅਗਰ ਇਹਨਾਂ ਨੇ ਕਰੋਨਾ ਦੇ ਦੌਰਾਨ ਵੀ ਐਲੋਪੈਥੀ ਨੂੰ ਜ਼ਿਆਦਾ ਮਹੱਤਵ ਦਿੱਤਾ। ਈਵਨ ਜੋ ਦੇਸ਼ ਦਾ ਜਿਹੜਾ ਕੇਂਦਰੀ ਬਜਟ ਹੈ, ਯੂਨੀਅਨ ਗਵਰਨਮੈਂਟ ਦਾ ਜਿਹੜਾ ਹੈਲਥ ਜਿਹੜਾ ਬਜਟ ਹੈ, ਹੈਲਥ ਬਜਟ ਦਾ 3%, 2% ਪੈਸਾ ਆਯੁਰਵੇਦ ਨੂੰ ਮਿਲਦਾ ਰਿਹਾ। 98-97% ਪੈਸਾ ਐਲੋਪੈਥੀ ਨੂੰ ਮਿਲਦਾ ਰਿਹਾ। ਅੱਜ ਵੀ ਉਹੀਓ ਚੱਲ ਰਿਹਾ। ਇਸ ਸਰਕਾਰ ਨੇ ਵੀ ਇੱਕ ਬਹੁਤ ਜ਼ਿਆਦਾ ਬਦਲਾਵ ਨਹੀਂ ਕੀਤਾ। ਬਦਲਾਉਣ ਦੀ ਲੋੜ ਹੈ। ਇਹਦੇ ਲਈ ਚੈਲੰਜਸ ਆਉਣਗੇ, ਲੋੜ ਹੈਗੀ ਹੈ। ਅਗਰ ਆਤਮ ਨਿਰਭਰ ਭਾਰਤ ਦੀ ਕਰਨੀ ਹੈ ਗੱਲ, ਸਵਦੇਸ਼ੀ ਦੀ ਗੱਲ ਕਰਨੀ ਹੈ, ਰਾਸ਼ਟਰਵਾਦ ਦੀ ਗੱਲ ਕਰਨੀ ਹੈ, ਤਾਂ ਤੁਸੀਂ ਫਿਰ ਆਯੁਰਵੇਦ ਨੂੰ ਸਥਾਪਿਤ ਕਰੋ। ਆਯੁਰਵੇਦ ਨੂੰ ਉਵੇਂ ਦੀ ਮਾਨਤਾ ਦਿਓ, ਆਯੁਰਵੇਦ ਦੀ ਸਿੱਖਿਆ ਨੂੰ ਉਵੇਂ ਦਾ ਬਣਾਓ। ਆ ਪੂਰਾ ਜਿਹੜਾ ਦੇਸ਼ ਦੇ ਅੰਦਰ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ ਜਾਂ ਹੈਲਥ ਸਿਸਟਮ ਜਿਹੜਾ ਹੈਗਾ, ਉਹਨੂੰ ਆਯੁਰਵੇਦ ਨਾਲ ਕਿਵੇਂ ਜੋੜਨਾ ਹੈ, ਆਯੁਰਵੇਦ ਨੂੰ ਕਿਵੇਂ ਮੇਨ ਸਟ੍ਰੀਮ ਕਰਨਾ ਹੈ, ਇਹ 'ਤੇ ਕੰਮ ਹੋਣਾ ਚਾਹੀਦਾ। ਕੁਝ ਕੰਮ ਹੋ ਰਿਹਾ, ਪਰ ਅਜੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਹੁਣ ਆਈਏ ਆਪਾਂ ਕਿਸਾਨ ਤੇ ਡਾਕਟਰ, ਦੋ ਜਿਹੜੇ ਨੇ ਇਹਨਾਂ ਨੂੰ ਅਗਰ ਜੇਕਰ ਇਹ ਅੱਡ ਕੰਮ ਕਰਦੇ ਆ ਰਹੇ ਨੇ। ਹੁਣ ਕਿਸਾਨ ਆਪਣੇ ਢੰਗ ਨਾਲ ਕੰਮ ਕਰਦਾ ਆ ਰਿਹਾ, ਡਾਕਟਰ ਜਿਹੜਾ ਆਪਣੇ ਢੰਗ ਨਾਲ ਕੰਮ ਕਰਦਾ ਆ ਰਿਹਾ। ਪਰ ਕਿਤੇ ਨਾ ਕਿਤੇ ਜਿਹੜੇ ਦੋਨੇ ਜਿਹੜੀ ਹੈ ਇਨਸਾਨੀ ਸਰੀਰ ਦੀ ਜਿਹੜੀ ਆ ਉਹ ਇੱਕ ਬਹੁਤ ਜ਼ਰੂਰੀ ਨੇ। ਇੱਕ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਬੰਦਾ ਨਹੀਂ ਬਿਮਾਰ, ਬੰਦੇ ਦਾ ਖਾਣਾ ਬਿਮਾਰ ਆ। ਤੇ ਖਾਣਾ ਕੌਣ ਦੇ ਰਿਹਾ? ਕਿਸਾਨ। ਇਲਾਜ ਕੌਣ ਕਰ ਰਿਹਾ? ਡਾਕਟਰ। ਕੀ ਇਹਨਾਂ ਨੂੰ ਦੋਨਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ? ਮੈਨੂੰ ਲੱਗਦਾ ਕਿ ਸਰਕਾਰ ਜਦੋਂ ਇੱਕ ਉਹਨੂੰ ਕਹਿੰਦੇ ਨੇ ਪੈਸਟੀਸਾਈਡ ਰਜਿਸਟ੍ਰੇਸ਼ਨ ਕਮੇਟੀ ਹੈਗੀ ਹੈ, ਠੀਕ ਹੈ ਨਾ, ਔਰ ਉਹ ਜਿਹੜੀ ਕਮੇਟੀ ਹੈਗੀ ਹੈ ਉਹਦੇ 'ਚ ਕੋਈ ਹੈਲਥ ਵਾਲਾ ਡਾਕਟਰ ਬੰਦਾ ਬੈਠਦਾ ਨਹੀਂ ਹੈ। ਪਹਿਲੀ ਗੱਲ ਤਾਂ ਕਿ ਖੇਤੀ ਦੇ ਵਿੱਚ ਕੀ ਇਸਤੇਮਾਲ ਕੀਤਾ ਜਾਵੇ, ਇਨਪੁਟਸ ਕਿਹੜੇ ਰੇਹਾਂ ਸਪਰੇਆਂ ਇਸਤੇਮਾਲ ਹੋਣ, ਇਹਦੇ ਵਿੱਚ ਕਿਸੇ ਨਾ ਕਿਸੇ ਪਬਲਿਕ ਹੈਲਥ ਜਾਂ ਕਮਿਊਨਿਟੀ ਮੈਡੀਸਨ ਵਾਲੇ ਡਾਕਟਰ ਦੀ ਵੀ ਰਾਏ ਲੈਣੀ ਚਾਹੀਦੀ ਹੈ। ਪਹਿਲੀ ਆਪਣੇ ਤਾਂ ਜਿਹੜੇ ਖੇਤੀ ਮੰਤਰੀ ਨੇ, ਜਿਹੜੇ ਉਹ ਸਵਾਸਥ ਮੰਤਰੀ ਵੀ ਡਾਕਟਰ ਹਰਸ਼ਵਰਧਨ ਨੇ। ਨਹੀਂ, ਉਹ ਤਾਂ ਹੁਣ ਬਦਲ ਗਏ। ਹਰਸ਼ਵਰਧਨ ਰਹੇ ਨੇ, ਕੱਲ ਰਹੇ ਨੇ, ਪਰ ਹਰਸ਼ਵਰਧਨ ਜੀ ਕੋਲ ਉਹ ਵਿਜ਼ਨ ਹੋਣਾ ਚਾਹੀਦਾ ਸੀ ਨਾ।
ਹਰਸ਼ਵਰਧਨ ਜੀ ਗੱਲ ਕਰਦੇ ਕੱਲ੍ਹ ਇਹਨਾਂ ਸ਼ਰਧਾ ਰੱਖਣ ਨਾਲ ਨਹੀਂ ਹੁੰਦਾ, ਵਿਜ਼ਨ ਵੀ ਰੱਖਣਾ ਪੈਂਦਾ ਔਰ ਵਿਜ਼ਨ ਨੂੰ ਫਿਰ ਐਕਸ਼ਨ 'ਚ ਵੀ ਉਤਾਰਨਾ ਪੈਂਦਾ। ਕੱਲੀ ਭਾਵਨਾ ਰੱਖਣ ਨਾਲ ਫੀਲਿੰਗ ਕਰਨ ਨਾਲ ਨਹੀਂ ਕੁਝ ਹੋਏਗਾ ਨਾ ਜੀ। ਹਰਸ਼ਵਰਧਨ ਜੀ ਫੀਲਿੰਗ ਲੈਂਦੇ ਰਹੇ, ਠੀਕ ਹੈ, ਅੱਛੀ ਗੱਲ ਹੈ, ਉਹਦੇ ਬਾਰੇ ਮੈਂ ਕੁਝ ਜ਼ਿਆਦਾ ਟਿੱਪਣੀ ਨਹੀਂ ਕਰਾਂਗਾ। ਪਰ ਮੈਨੂੰ ਲੱਗਦਾ ਹੈਗਾ ਐਗਰੀਕਲਚਰ 'ਚ ਕਿਹੜੇ ਇਨਪੁਟਸ ਇਸਤੇਮਾਲ ਕੀਤੇ ਜਾਣ, ਇਹਦੇ ਵਿੱਚ ਪਬਲਿਕ ਹੈਲਥ ਐਕਸਪਰਟਸ ਦੀ ਵੀ ਰਾਏ ਲਿੱਤੀ ਜਾਵੇ। ਔਰ ਹੁਣ ਤੱਕ ਦੇ ਜਿਹੜੇ ਸਬਕ ਨੇ 75 ਸਾਲਾਂ ਦੇ, ਉਹ ਲਿੱਤੇ ਜਾਣੇ ਚਾਹੀਦੇ ਨੇ ਕਿ 75 ਸਾਲਾਂ ਦੇ ਸਬਕ ਇਹ ਨੇ ਕਿ ਤੁਸੀਂ ਪੈਸਟੀਸਾਈਡ ਪਾਇਆ ਸੀ ਖੇਤ ਵਿੱਚ, ਉਹ ਤੁਹਾਡੀ ਖੁਰਾਕ ਦੀ ਥਾਲੀ 'ਤੇ ਪਹੁੰਚਿਆ, ਤੁਹਾਡੇ ਖੂਨ 'ਚ ਪਹੁੰਚਿਆ, ਬਰਸ ਮਿਲਕ 'ਚ ਪਹੁੰਚਿਆ, ਨਾੜੂ 'ਚ ਪੋਰਿਆ, ਉਹਨੇ ਹਜ਼ਾਰਾਂ ਤਰ੍ਹਾਂ ਦੀ ਬਿਮਾਰੀਆਂ ਦੇਤੀਆਂ। ਉਹਨੂੰ ਲਿਖਦੇ ਹੋਏ ਹੁਣ ਸਾਨੂੰ ਜਿਹੜਾ ਹੈਗਾ ਪੂਰੀ ਖੇਤੀ ਆਪਣੀ ਆਰਗੈਨਿਕ ਕਰਨੀ ਚਾਹੀਦੀ ਹੈ। ਸਰਕਾਰ ਨੂੰ ਸਾਰੀ ਯੂਨੀਵਰਸਿਟੀਆਂ ਨੂੰ ਟਾਈਮ ਦੇ ਦੇਣਾ ਚਾਹੀਦਾ ਹੈ ਕਿ ਅਗਲੇ 5 ਸਾਲ 'ਚ ਕੈਮੀਕਲ ਵਾਲੀ ਖੇਤੀ ਬੰਦ ਹੋਏਗੀ। ਯੂਨੀਵਰਸਿਟੀਆਂ 5 ਸਾਲ 'ਚ ਬਦਲਣ, ਜਿਵੇਂ ਸੁਪਰੀਮ ਕੋਰਟ ਕਹਿ ਦਿੰਦੀ ਹੈ ਨਾ ਕਿ ਪੋਲੂਸ਼ਨ ਦਾ ਫਲਾਣਾ ਜਿਹੜੀ ਸਟੇਜ 2, 5 ਜੋ ਵੀ ਆ ਜਾਂਦਾ, ਉਹਦੇ ਸਟੈਂਡਰਡਸ ਆ ਜਾਂਦੇ ਨੇ ਕਿ ਇਸ ਤੋਂ ਬਾਅਦ ਬੰਦ 5 ਸਾਲ ਦੇ ਅੰਦਰ ਕੈਮੀਕਲ ਖੇਤੀ ਦੇਸ਼ 'ਚ ਬੰਦ ਹੋਏਗੀ। ਯੂਨੀਵਰਸਿਟੀਆਂ ਨੂੰ ਤੇ ICAR ਨੂੰ ਇੱਥੇ ਕੰਮ ਕਰਨਾ ਚਾਹੀਦਾ। ਬਸ 5 ਸਾਲ 'ਚ ਬੰਦ ਹੋਏਗੀ ਔਰ ਅਗਲੇ 5 ਸਾਲ ਦੇ ਵਿੱਚ ਜਿਹੜਾ ਹੈਗਾ ਟੋਟਲੀ ਉਹ ਮਾਮਲਾ ਆਰਗੈਨਿਕ ਦੇਸ਼ ਬਣ ਜਾਏਗਾ। ਇਹਦੇ 'ਤੇ ਐਵੇਂ ਗੱਲ ਕਰਨੀ ਚਾਹੀਦੀ ਹੈ। ਨਵੇਂ ਕੈਂਸਰ ਹਸਪਤਾਲ ਖੋਲ੍ਹਣ ਦੇ ਨਾਲ, ਨਵੀਂ ਹੋਰ ਬਾਕੀ ਚੀਜ਼ਾਂ ਕਰਨ ਦੇ ਨਾਲ ਸੋਲੂਸ਼ਨ ਨਹੀਂ ਹੋਣਾ। ਜ਼ਰੂਰਤ ਹੈਗੀ ਹੈ ਲੋਕਾਂ ਦੀ ਖੁਰਾਕ ਨੂੰ ਜ਼ਹਿਰ ਮੁਕਤ ਹੋਵੇ, ਜ਼ਹਿਰ ਮੁਕਤ ਖੇਤ ਹੋਵੇ, ਜ਼ਹਿਰ ਮੁਕਤ ਖੁਰਾਕ ਹੋਵੇ, ਸਿਹਤਮੰਦ ਸਮਾਜ ਹੋਵੇ, ਇਹ ਤਾਂ ਹੀ ਹੋਏਗਾ। ਤੁਸੀਂ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਜੁੜੇ ਹੋਏ ਹੋ, ਕਿਸਾਨਾਂ ਨੂੰ ਜੋੜ ਰਹੇ ਹੋ ਆਰਗੈਨਿਕ ਖੇਤੀ ਦੇ ਨਾਲ, ਕਿੰਨਾ ਕੁ ਚੈਲੰਜ ਆਉਂਦਾ ਤੁਹਾਡੇ ਰਸਤੇ ਦੇ ਵਿੱਚ? ਕਿਉਂਕਿ ਕਿਸਾਨ ਨਾਲ ਅਗਰ ਜਦੋਂ ਵੀ ਮੈਂ ਗੱਲ ਕੀਤੀ ਆ, ਉਹਨਾਂ ਦਾ ਕਹਿਣਾ ਮਾਰਕੀਟਿੰਗ ਕਿੱਥੇ ਕਰੀਏ, ਕਿਹੜੇ ਲੋਕ ਨੇ ਜਿਹੜੇ ਇਹਨੂੰ ਖਰੀਦਣਗੇ। ਮੇਰੀ ਗੱਲ ਕੰਪਲੀਟ, ਕਿਉਂਕਿ ਇਹਦੇ ਨਾਲ ਆਊਟਪੁੱਟ ਉਨੀ ਨਹੀਂ ਨਿਕਲਦੀ ਜਿੰਨੀ ਜਿਹੜੀ ਆ ਆਪਾਂ ਨੂੰ ਪ੍ਰੋਡਕਸ਼ਨ ਉਨੀ ਨਹੀਂ ਹੁੰਦੀ ਜਿੰਨੀ ਆਪਾਂ ਨੂੰ ਜਿਹੜੇ ਆ ਦੂਜੀ ਖੇਤੀ ਦੇ ਵਿੱਚ ਹੁੰਦੀ ਆ। ਕਿੰਨਾ ਕੁ ਇਹਨੂੰ ਚੈਲੰਜ ਸਮਝਦੇ ਹੋ ਤੁਸੀਂ, ਕਿੰਨੇ ਕੁ ਚੈਲੰਜ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜ਼ਿਆਦਾ ਲੋਕ ਨਹੀਂ ਜੁੜ ਪਾ ਰਹੇ? ਨਹੀਂ, ਲੋਕ ਤਾਂ ਜੁੜ ਪਾ ਰਹੇ ਨੇ, ਇਹ ਲੋਕਾਂ ਦੀ ਮਾਨਸਿਕਤਾ ਖਰਾਬ ਹੋਈ ਹੈ, ਇਹ ਮੈਂ ਕਹਾਂਗਾ। ਸਾਡੇ ਨਾਲ ਅੱਜ ਦੇ ਪ੍ਰੋਗਰਾਮ 'ਚ ਵੀ ਕਈ ਆਰਗੈਨਿਕ ਫਾਰਮਰ ਹੈਗੇ ਨੇ, ਬਹੁਤ ਲੋਕ ਜੁੜੇ ਨੇ। ਇੱਕ ਤਾਂ ਕਿਸਾਨ ਨੂੰ ਸੋਚਣਾ ਪਏਗਾ ਕਿ ਉਹਨੇ ਲੋਕਾਂ ਨੂੰ ਜ਼ਹਿਰ ਖਵਾਉਣਾ ਹੈ, ਜ਼ਹਿਰ ਖਾਣਾ ਹੈ, ਬਿਮਾਰੀ ਵੰਡਣੀ ਹੈ, ਮੌਤ ਵੰਡਣੀ ਹੈ, ਤੇ ਉਹਦੀ ਮਰਜ਼ੀ ਹੈ। ਇਹ ਤਾਂ ਆਪਾਂ ਨੂੰ ਤੈਅ ਕਰਨਾ ਪਏਗਾ, ਠੀਕ ਹੈ ਨਾ। ਔਰ ਇਹਦੇ ਲਈ ਸਰਕਾਰ ਨੂੰ ਹੱਥ ਫੜ ਕੇ ਆਰਗੈਨਿਕ ਫਾਰਮਰਸ ਦਾ ਕਿਸਾਨ ਨੂੰ ਸਪੋਰਟ ਕਰਨੀ ਚਾਹੀਦੀ ਹੈ। ਮਾਰਕੀਟਿੰਗ ਖੜੀ ਕਰਨੀ ਚਾਹੀਦੀ ਹੈ ਢੰਗ ਨਾਲ। ਮਾਰਕੀਟਿੰਗ ਹੈ ਪਰ ਹਜੇ ਉਹ ਉਨੀ ਪ੍ਰਾਪਤ ਨਹੀਂ ਹੈ ਕਿ ਸਾਰੇ ਕਿਸਾਨ ਲੱਗ ਜਾਣ। ਪਹਿਲੀ ਗਲਤੀ ਕਿਆ ਹੈਗੀ ਹੈ, ਉਹਦੇ ਲਈ ਸਰਕਾਰਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ, ਇਹ ਮੈਂ ਕਹਾਂਗਾ। ਔਰ ਕਿਸਾਨ ਨੂੰ ਵੀ ਸੋਚਣਾ ਚਾਹੀਦਾ ਕਿ ਉਹ ਕਿਆ ਜ਼ਹਿਰ ਪਾ ਰਿਹਾ, ਜ਼ਹਿਰ ਖਾ ਰਿਹਾ, ਜ਼ਹਿਰ ਖਵਾ ਰਿਹਾ। ਕਿਸਾਨ ਦਾ ਵੀ ਕੁਝ ਫਰਜ਼ ਬਣਦਾ ਇਹਦੇ ਬਾਰੇ। ਕੱਲਾ ਜਾ ਕੇ ਕਿਸੇ ਮੰਦਰ ਗੁਰਦੁਆਰੇ 'ਤੇ ਮੱਥਾ ਟੇਕਣ ਦੇ ਨਾਲ ਕਿ ਰੱਬ ਭਲਾ ਕਰੀ, ਉਹ ਨਹੀਂ ਹੋਣਾ, ਇਹ ਵੀ ਕੁਝ ਕਰਨਾ ਪਏਗਾ। ਮੈਂ ਇੱਥੇ ਜਾਣਨਾ ਚਾਹੁੰਦਾ ਕਿ ਜਦੋਂ ਤੁਸੀਂ ਕਿਸੇ ਨੂੰ ਜਾ ਕੇ ਮੋਟੀਵੇਟ ਕਰਦੇ ਹੋ ਕਿ ਆਰਗੈਨਿਕ ਫਾਰਮਿੰਗ ਕਰਨੀ ਆਓ, ਪਹਿਲਾਂ ਤੇ ਜਿਹੜੇ ਪਹਿਲੇ ਅੰਦਰੋਂ ਜਿਹੜੇ ਕੋਈ ਹਮਲੇ ਹੁੰਦੇ ਨੇ, ਜਿਹੜੇ ਉਹਦੇ ਅੰਦਰ ਦੇ ਹੁੰਦੇ ਨੇ, ਉਹ ਕਿਹੜੇ ਹੁੰਦੇ ਨੇ? ਨਹੀਂ, ਜਿਹਨਾਂ ਲੋਕਾਂ ਨਾਲ ਅਸੀਂ ਗੱਲ ਕਰਦੇ ਹਾਂ, ਅਸੀਂ ਤਾਂ ਪਹਿਲੇ ਬੰਦੇ ਨੂੰ ਕਹਿੰਦੇ ਹਾਂ ਕਿ ਭਾਈ ਖੇਤੀ ਧੰਦਾ ਨਹੀਂ ਧਰਮ ਹੈ। ਤੁਸੀਂ ਪਹਿਲੇ ਆਪਣੀ ਜ਼ਿੰਦਗੀ ਵਾਸਤੇ ਸੋਚੋ ਤੇ ਸਮਾਜ ਦੀ ਜ਼ਿੰਦਗੀ ਵਾਸਤੇ ਸੋਚੋ। ਪਰ ਧਰਮ ਦੇ ਵਿੱਚ ਤਾਂ ਇਹ ਵੀ ਗੱਲ ਸਾਹਮਣੇ ਆ ਜਾਂਦੀ, ਆਪਣੇ ਜਿਹੜੇ ਭਗਤ ਨੇ ਉਹ ਵੀ ਕਹਿ ਗਏ ਕਿ ਭੂਖੇ ਭਗਤ ਨਾ ਕੀਜੇ ਮਾਲਾ ਆਪਣੀ ਲੀਜੇ। ਨਹੀਂ, ਐਸਾ ਨਹੀਂ। ਉਹ ਭੂਖੇ ਭਜਨ ਨਾ ਹੋ ਗੋਪਾਲਾ, ਉਹ ਕਿਆ, ਉਹ ਅਲੱਗ ਕੰਟੈਕਸਟ ਹੈ, ਠੀਕ ਹੈ ਨਾ। ਇਹ ਕੋਈ ਭੁੱਖਾ ਰਹਿਣਾ ਕੋਈ ਨਹੀਂ ਕਹਿ ਰਿਹਾ। ਇਹ ਨਹੀਂ ਗਾ ਕਿ ਤੁਸੀਂ ਖਾਓ ਦੇ ਨਾਲ ਬਿਮਾਰ ਹੋਵੋ, ਆਪ ਵੀ ਮਰੋ ਦੂਜੇ ਵੀ ਮਾਰੋ, ਇਹ ਨਹੀਂ ਕਿਹਾ ਗਿਆ। ਇਹ ਗੱਲ ਸਮਝ ਲਓ। ਪਹਿਲੇ ਪੰਜਾਬ ਦੇ ਜਿਨ੍ਹਾਂ ਇਲਾਕਿਆਂ 'ਚ ਸਭ ਤੋਂ ਜ਼ਿਆਦਾ ਪੈਸਟੀਸਾਈਡ ਵਰਤਿਆ ਜਾਂਦਾ ਹੈ, ਉਹਨਾਂ ਇਲਾਕਿਆਂ 'ਚ ਸਭ ਤੋਂ ਜ਼ਿਆਦਾ ਕੈਂਸਰ ਦੇ ਮਰੀਜ਼ ਨੇ। ਉਹਨਾਂ ਇਲਾਕਿਆਂ 'ਚ ਸਭ ਤੋਂ ਜ਼ਿਆਦਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੇ। ਕੱਲਾ ਪੰਜਾਬ ਨਹੀਂ, ਅਕ੍ਰੋਸ ਦਾ ਇੰਡੀਆ ਸੇਮ ਫਿਨੋਮੀਨਾ ਹੈ। ਇਹ ਕਿਆ ਲਿਖਿਆ ਜੇ? ਮੈਂ ਮਾਫ ਕਰਨਾ, ਮੈਂ ਤੁਹਾਨੂੰ ਰੋਕ ਰਿਹਾ। ਕਹਾਣੀ ਇਹ ਹੈ ਕਿ ਇਹਦੇ ਬਾਵਜੂਦ ਵੀ ਕੋਈ ਸਮਝਣ ਨੂੰ ਤਿਆਰ ਨਹੀਂ ਹੈ। ਕਿਉਂਕਿ ਕਿਸਾਨ ਲਗਾਤਾਰ ਜਿਹੜੇ ਪਰਾਲੀ ਨੂੰ ਅੱਗ ਲਾ ਰਿਹਾ, ਉਹਦੇ ਬਾਵਜੂਦ ਇਹ ਸਭ ਤੋਂ ਪਹਿਲਾਂ ਉਹ ਧੂੰਆਂ ਕਿਸਾਨਾਂ ਦੇ ਘਰਾਂ 'ਚ ਜਾਂਦਾ। ਜਿਹੜਾ ਅੱਗ ਲਾ ਰਿਹਾ ਸਭ ਤੋਂ ਪਹਿਲਾਂ ਉਹਦੇ ਸਰੀਰ 'ਚ ਜਾਂਦਾ, ਪਰ ਇਹਦੇ ਬਾਵਜੂਦ ਵੀ ਅੱਗ ਲਾ ਰਿਹਾ, ਇਹਦੇ ਬਾਵਜੂਦ ਵੀ ਉੱਥੇ ਲੋਕਾਂ ਤੱਕ ਬਿਮਾਰੀਆਂ ਪਹੁੰਚ ਰਹੀਆਂ ਨੇ, ਇਹਦੇ ਬਾਵਜੂਦ ਵੀ ਐਕਸੀਡੈਂਟ ਹੋ ਰਹੇ ਨੇ। ਕਿਵੇਂ ਸਮਝਣਗੇ ਇਹ ਚੀਜ਼? ਮੈਨੂੰ ਲੱਗਦਾ ਕਿ ਤੁਸੀਂ ਗੱਲ ਵੱਡੀ ਖੋਲ੍ਹਤੀ ਹੈ। ਮੈਂ ਵੀ ਇਹ ਕਹਿੰਦਾ ਇਕੱਲਾ ਖੇਤੀ ਦਾ ਮੁੱਦਾ ਨਹੀਂ, ਇਹ ਸੱਭਿਅਤਾ ਦਾ ਮੁੱਦਾ ਹੈਗਾ। ਪੰਜਾਬ ਦੇ ਵਿੱਚ ਸੱਭਿਅਤਾ ਦਾ ਮੁੱਦਾ ਹੈ, ਕਦਰਾਂ ਕੀਮਤਾਂ ਦਾ ਮੁੱਦਾ ਹੈ, ਵੈਲਿਊਜ਼ ਆਫ ਲਾਈਫ ਦਾ ਮੁੱਦਾ ਹੈਗਾ। ਔਰ ਪੰਜਾਬੀਆਂ ਦੀ ਕਦਰਾਂ ਕੀਮਤਾਂ ਨੂੰ ਜਗਾਉਣਾ ਪਏਗਾ, ਇਹ ਤਾਂ ਮਸਲਾ ਹੱਲ ਹੋਏਗਾ। ਇਹ ਨਹੀਂ ਤਾਂ ਜਿੰਨੀ ਮਰਜ਼ੀ ਅਨਵਰਤ ਬਹਿਸ ਕਰੀ ਦਿਓ, ਕੋਈ ਇਹ ਨਹੀਂ ਗਾ। ਜਿਨ੍ਹਾਂ ਕਿਸਾਨਾਂ ਨੇ ਆਪਣੀ ਕਦਰਾਂ ਕੀਮਤਾਂ ਜਗਾ ਲੀਆਂ ਨੇ, ਮੈਂ 100-150 ਨਾਮ ਮੈਂ ਵੀ ਬੋਲ ਸਕਦਾ।
ਜਿਨ੍ਹਾਂ ਨੇ ਕਰ ਲਈਆਂ ਉਹਨਾਂ ਨੂੰ ਨਾ ਮਾਰਕੀਟਿੰਗ ਦੀ ਚਿੰਤਾ ਹੈ, ਨਾ ਉਹਨਾਂ ਨੂੰ ਝਾੜ ਦੀ ਚਿੰਤਾ ਹੈਗੀ ਹੈ। ਉਹ ਖੁਸ਼ ਨੇ, ਕਾਮਯਾਬ ਨੇ, ਔਰ ਉਹਨਾਂ ਦੀ ਖੇਤੀ ਵੀ ਕਾਮਯਾਬ ਹੈ। ਨਹੀਂ, ਪਰ ਉਹਦੇ 'ਚ ਉਹਨਾਂ ਦੀ ਆਮਦਨ 'ਚ ਕਿੰਨਾ ਕੁ ਫਰਕ ਪਿਆ? ਉਹਨਾਂ ਦੀ ਆਮਦਨ ਕਈਆਂ ਦੀ ਤਾਂ ਵਧੀ ਹੈ ਜਾਂ ਬਰਾਬਰ ਰਹੀ ਹੈ। ਮਤਲਬ ਕੋਈ ਘਟੀ ਨਹੀਂ ਹੈਗੀ? ਨਹੀਂ, ਘਟੀ ਨਹੀਂ ਹੈ, ਕੁਛ ਦੀ ਘਟੀ ਹੋਏਗੀ। ਸਟ੍ਰੈਸ ਹੈਗਾ, ਮੈਂ ਤਾਂ ਹੀ ਕਹਿਣਾ ਉਹ ਸਰਕਾਰ ਨੂੰ ਵੀ ਕੰਮ ਕਰਨਾ ਪਏਗਾ। ਅੱਛਾ, ਹੁਣ ਜਿਹੜੇ ਕਿਸਾਨ, ਸਰਕਾਰ ਨਹੀਂ, ਇਕੱਲਾ ਸਰਕਾਰ ਨਹੀਂ, ਸਮਾਜ ਨੂੰ ਵੀ, ਅਗਰ ਸਮਾਜ ਨੇ ਸਿਹਤਮੰਦ ਰਹਿਣਾ ਹੈ ਤੇ ਸਮਾਜ ਨੂੰ ਅੱਗੇ ਵੱਧ ਕੇ ਉਹਨਾਂ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਸਮਾਜ ਨੂੰ ਅੱਗੇ ਵੱਧ ਕੇ ਜਿਹੜਾ ਸਮਾਜ ਦੇ ਕੋਲ ਫੈਮਿਲੀ ਡਾਕਟਰ ਹੈਗਾ ਉਹਦੇ ਕੋਲ ਇੱਕ ਫੈਮਿਲੀ ਆਰਗੈਨਿਕ ਫਾਰਮਰ ਵੀ ਹੋਣਾ ਚਾਹੀਦਾ। ਅੱਛਾ, ਹੁਣ ਜਿਹੜੇ ਸਾਹਮਣੇ ਦਰਸ਼ਕ ਦੇਖ ਰਹੇ ਨੇ, ਤੁਹਾਨੂੰ ਦੇਖ ਰਹੇ ਨੇ, ਮੈਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ ਡਾਕਟਰਸ ਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ? ਨੰਬਰ 1। ਨੰਬਰ 2 ਦੇ ਉੱਤੇ ਕਿਸਾਨ ਖੇਤੀ ਜਿਹੜੀ ਆਰਗੈਨਿਕ ਕਰਨ ਉਹਦੇ ਲਈ ਉਹਨਾਂ ਨੂੰ ਕਿਸ ਤਰ੍ਹਾਂ ਮੋਟੀਵੇਟ ਕਰੇ? ਮੈਂ ਦੋ ਗੱਲਾਂ ਕਹਾਂਗਾ। ਹਰ ਵਿਅਕਤੀ ਨੂੰ ਜਿਹੜਾ ਭੋਜਨ ਕਰਦਾ ਉਹਨੂੰ ਕਿਸਾਨ ਦਾ ਰਿਣੀ ਰਹਿਣਾ ਚਾਹੀਦਾ, ਔਰ ਕਿਸਾਨ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਖਵਾ ਰਿਹਾ ਉਹ ਜ਼ਹਿਰ ਮੁਕਤ ਖਵਾਏ, ਬਿਮਾਰੀਆਂ ਵੰਡਣ ਵਾਲਾ ਨਾ ਖਵਾਵੇ। ਯਾਨੀ ਕਿਸਾਨ ਵੀ ਇੱਕ ਡਾਕਟਰ ਹੈ, ਉਹਨੂੰ ਵੀ ਜਾਨ ਬਚਾਉਣੀ ਪੈਣੀ, ਉਹਨੂੰ ਕਰਨਾ ਪੈਣਾ ਹੈ। ਔਰ ਭੋਜਨ ਨਹੀਂ, ਕਿਉਂਕਿ ਦਵਾਈ ਹੈ, ਇਸ ਕਰਕੇ ਕਿਸਾਨ ਜ਼ਹਿਰ ਮੁਕਤ ਉਗਾਉਣ ਦੀ ਤਿਆਰੀ ਕਰੇ, ਪਹਿਲੀ ਗੱਲ। ਦੂਜੀ ਗੱਲ, ਜਿਹੜੇ ਡਾਕਟਰ ਨੇ ਉਹ ਆਪਣੇ ਇੱਥੇ ਪ੍ਰਸਕ੍ਰਾਈਬ ਕਰਨ। ਅਗਰ ਹਰ ਡਾਕਟਰ ਲਿਖਣ ਲੱਗ ਪਏ ਮਰੀਜ਼ਾਂ ਨੂੰ ਕਿ ਆਰਗੈਨਿਕ ਖਾਓ ਤੇ ਇਹਦੀ ਮਾਰਕੀਟ ਖੜੀ ਹੋ ਜਾਏਗੀ ਨਾ ਜੀ। हर डॉक्टर अगर कहे कि ऑर्गेनिक खाओ तो मार्केट हो जाएगी। दवाइयाँ में भी तो लोगों ने ऑर्गेनिक भी खाओ नाल। डॉक्टर अमर सिंह आजाद, डॉक्टर विश्वरूप राय, जिस तरह डॉक्टर खादर वाली ये लिख रहे हैं मिलेट्स खाओ तो लोग खाण लग पे, ऑर्गेनिक खाओ भी कहते हैं वो खाण लग। हाँ, तो इस करके सानू डॉक्टरों को कहना पेगा। और तीजी गल, समाज नू जिहड़ा हैगा कुदरत पक्खी खेती, कुदरत नाल जुड़ी खेती और कुदरती इलाज प्रणाली, ਇਹਦੇ ਨਾਲ समाज ਨੂੰ भी जुड़ना पेगा। और समाज ਨੂੰ ਅੱਗੇ ਵੱਧ ਕੇ ਜਿਹੜੇ ਕਿਸਾਨ ਆਪਣੀ ਹਿੰਮਤ ਦੇ ਨਾਲ ਕੁਦਰਤੀ ਖੇਤੀ ਅਪਣਾਉਂਦੇ ਨੇ, ਕੁਦਰਤੀ ਖੇਤੀ ਨੂੰ ਵਿਕਸਿਤ ਕਰਦੇ ਨੇ, ਉਹਨਾਂ ਦੀ ਬਾਂਹ ਫੜਨ ਦੀ ਲੋੜ, ਉਹਨਾਂ ਨੂੰ ਸਹਿਯੋਗ ਕਰਨ ਦੀ ਲੋੜ ਹੈ। ਅੱਜ ਅਗਰ ਕੁਦਰਤੀ ਖੇਤੀ ਖੜੀ ਹੋਈ ਹੈ ਤਾਂ ਕਿਸਾਨਾਂ ਦੀ ਹਿੰਮਤ ਕਰਕੇ ਖੜੀ ਹੋਈ, ਕਿਸੇ ਸਰਕਾਰ ਦੇ ਕਰਕੇ ਨਹੀਂ ਖੜੀ ਹੋਈ। ਸਮਾਜ ਨੂੰ ਅੱਗੇ ਆ ਕੇ ਉਹਨਾਂ ਨੂੰ ਖੜਾ ਕਰਨਾ ਪਏਗਾ, ਉਹਨਾਂ ਦੀ ਸਹਾਇਤਾ ਕਰਨੀ ਪਏਗੀ। ਕਿੰਨੇ % ਖੜੀ ਹੋਗੀ ਤੁਸੀਂ ਸਮਝ ਸਕਦੇ ਹੋ? ਤੁਸੀਂ ਹਾਲ ਤੱਕ ਕੰਮ ਕੀਤਾ, ਕਿੰਨੇ % ਖੜੀ ਹੋਈ ਹੈ? ਨਹੀਂ, ਇਹ % ਕੱਢਣਾ ਤਾਂ ਔਖਾ ਹੈਗਾ, ਪਰ ਸੈਂਕੜਾ ਲੋਕ ਖੜੇ ਹੋ ਗਏ ਨੇ। ਅੱਛਾ, ਮੈਂ ਕਹਾਂਗਾ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਸੋ ਇਹ ਸਨ ਉਮਿੰਦਰ ਦੱਤਾ ਜੀ। ਜੀ, ਇਹ ਪੰਜਾਬ ਦੀ ਜ਼ਿੰਦਗੀ ਦੀ ਗੱਲ ਹੈ। ਇਹ ਫਾਇਦੇ ਮੁਨਾਫੇ ਨਹੀਂ, ਪੰਜਾਬੀ ਸੱਭਿਅਤਾ ਬਚੇਗੀ ਨਹੀਂ ਬਚੇਗੀ। ਇਹ ਪੰਜਾਬੀ ਸੱਭਿਅਤਾ ਦੀ ਜ਼ਿੰਦਾ ਰਹਿਣ ਦੀ ਗੱਲ ਹੈ। ਅਗਰ ਵੇਦ ਉਪਨਿਸ਼ਦ ਇਸ ਧਰਤੀ 'ਤੇ ਲਿਖੇ ਗਏ, ਗੁਰੂ ਗ੍ਰੰਥ ਸਾਹਿਬ ਇੱਥੇ ਰਚਿਆ ਗਿਆ, ਇਹ ਉਹ ਧਰਤੀ ਹੈ। ਔਰ ਇਸ ਧਰਤੀ ਨੂੰ ਜ਼ਿੰਦਾ ਰਹਿਣਾ ਮਾਨਵਤਾ ਦੀ ਭਲਾਈ ਲਈ ਜ਼ਰੂਰੀ ਹੈ। ਔਰ ਇਹ ਪੰਜਾਬੀ ਸੱਭਿਅਤਾ ਰਹਿਣੀ ਚਾਹੀਦੀ ਹੈ। ਸਿੰਧ ਘਾਟੀ ਦੀ ਸੱਭਿਅਤਾ ਇੱਕ ਵਾਰੀ ਉਜੜ ਚੁੱਕੀ ਹੈ, ਦੁਬਾਰਾ ਨਹੀਂ ਉਜੜਨੀ ਚਾਹੀਦੀ। ਤੇ ਪੰਜਾਬੀਆਂ ਦੀ ਸੱਭਿਅਤਾ ਨੂੰ ਬਚਾਉਣਾ ਤਾਂ ਕੁਦਰਤੀ ਖੇਤੀ ਉਹਦਾ ਇੱਕ ਰਸਤਾ ਹੈ। ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਜੀ ਸਰ। ਸੋ ਸਨ ਉਮਿੰਦਰ ਦੱਤਾ ਜੀ, ਖੇਤੀ ਵਿਰਾਸਤ ਮਿਸ਼ਨ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਨੇ। ਬਹੁਤ ਸਾਰੇ ਸੈਂਕੜੇ ਕਿਸਾਨਾਂ ਨੂੰ ਜਿਹੜਾ ਆਪਣੇ ਨਾਲ ਜੋੜ ਚੁੱਕੇ ਨੇ। ਆਰਗੈਨਿਕ ਖੇਤੀ ਵੱਲ ਜਿਹੜਾ ਉਹਨਾਂ ਨੂੰ ਕਹਿਣਾ ਹੈਗਾ ਕਿ ਜਦ ਤੱਕ ਕਿਸਾਨ ਆਰਗੈਨਿਕ ਖੇਤੀ ਕਰਨੀ ਨਹੀਂ ਆਏਗਾ ਉਦੋਂ ਤੱਕ ਜਿਹੜਾ ਇਨਸਾਨ ਦਾ ਭਲਾ ਨਹੀਂ ਹੋ ਸਕਦਾ, ਸਮਾਜ ਦਾ ਭਲਾ ਨਹੀਂ ਹੋ ਸਕਦਾ। ਕਿਉਂਕਿ ਜਿਹੜੇ ਜ਼ਹਿਰ ਜਿਹੜੇ ਨੇ ਉਹ ਇਨਸਾਨ ਦੇ ਸਰੀਰ ਤੱਕ ਪਹੁੰਚਾਉਣ ਲਈ ਬਹੁਤ ਹੱਦ ਤੱਕ ਜਿਹੜਾ ਜ਼ਿੰਮੇਵਾਰ ਉਹ ਕਿਸਾਨ ਹੁੰਦਾ। ਜੇਕਰ ਉਹ ਕਿਸਾਨ ਕਿਸੇ ਤਰੀਕੇ ਆਪਣੀ ਜ਼ਿੰਮੇਵਾਰੀ ਲੈ ਕੇ ਆਰਗੈਨਿਕ ਖੇਤੀ ਵੱਲ ਆਉਂਦਾ, ਚਾਹੇ ਉਹ ਜੇ ਉਹਦੇ 10 ਕਿੱਲੇ ਜ਼ਮੀਨ ਹੈ, ਚਾਹੇ ਉਹ 1 ਕਿੱਲਾ ਵੀ ਖੇਤੀ ਦਾ ਜ਼ਮੀਨ ਜੇਕਰ ਲੈ ਕੇ ਆਉਂਦਾ ਤਾਂ ਉਸ ਨਾਲ ਵੀ ਜੇਕਰ ਅਗਰ ਕੁਝ ਲੋਕਾਂ ਤੱਕ ਵੀ ਜਿਹੜੀ ਆਰਗੈਨਿਕ ਫਾਰਮਿੰਗ ਜਿਹੜੀ ਆ, ਖੇਤੀ ਜਿਹੜੀ ਆ, ਉਹ ਪ੍ਰੋਡਕਟਸ ਜਿਹੜੇ ਨੇ ਪਹੁੰਚਾਏ ਜਾਂਦੇ ਨੇ, ਤਾਂ ਉਹਦੇ ਨਾਲ ਜਿਹੜੇ ਆ ਕਾਫੀ ਸਮਾਜ ਨੂੰ ਜਿਹੜਾ ਉਹਦੇ ਵਿੱਚ ਜਿਹੜਾ ਤੰਦਰੁਸਤ ਕਰਨ ਦੇ ਵਿੱਚ ਸਹਾਇਤਾ ਦਿੱਤੀ ਜਾ ਸਕਦੀ। ਨਾਲ ਇਹਨਾਂ ਨੇ ਸੁਨੇਹਾ ਦਿੱਤਾ ਕਿ ਇਹਦੇ ਨਾਲ ਸਰਕਾਰਾਂ ਨੂੰ ਵੀ ਅੱਗੇ ਆਉਣਾ ਪਏਗਾ। ਜਿਹੜਾ 98% ਜਿਹੜਾ ਹੈਲਥ ਦਾ ਬਜਟ ਹੈਗਾ ਉਹ ਜੇਕਰ ਐਲੋਪੈਥੀ ਨੂੰ ਦਿੱਤਾ ਜਾ ਰਿਹਾ, ਜੇਕਰ ਉਹਦੀ ਪਰਸੈਂਟੇਜ ਜਿਹੜੀ ਆ ਉਹ ਬਰਾਬਰ ਜਿਹੜੀ ਆ ਉਹ ਆਯੁਰਵੇਦ ਦੇ ਨਾਲ ਤੇ ਐਲੋਪੈਥੀ ਦੇ ਬਰਾਬਰ ਦਿੱਤੀ ਜਾਂਦੀ ਹੈ, ਤਾਂ ਬਹੁਤ ਸਾਰਾ ਜਿਹੜਾ ਇਲਾਜ ਆ ਉਹ ਅੱਗੇ ਸਾਈਡ ਇਫੈਕਟ ਤੋਂ ਮੁਕਤ ਹੋ ਕੇ ਜਿਹੜਾ ਉਹ ਕੀਤਾ ਜਾ ਸਕਦਾ ਤੇ ਸਮਾਜ ਨੂੰ ਇੱਕ ਤੰਦਰੁਸਤ ਸਮਾਜ ਬਣਾਇਆ ਜਾ ਸਕਦਾ ਹੈ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਸਾਰਿਆਂ ਨੂੰ ਹੋਵੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।